ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਗੋਲੀ ਚਲਾਈ ਸ਼ੇਹ ਮਸੰਦ ਨੇ। ਸਾਰਾ ਚੜਾਵਾ ਜਾਂ ਗੁਰੂ ਘਰ ਦੇ ਵਿੱਚ ਜੋ ਕੁਝ ਵੀ ਸੀ ਸਭ ਕੁਝ ਉਹਨੇ ਲੁੱਟ ਲਿਆ ਤੇ ਚਲਿਆ ਗਿਆ ਬਾਬੇ ਧੀਰ ਮੱਲ ਕੋਲ ਸਭ ਕੁਝ ਲੈ ਕੇ। ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਿਆ, ਮਹਾਰਾਜ ਜੇ ਤੁਹਾਨੂੰ ਕੁਝ ਹੋ ਜਾਂਦਾ, ਇੱਕੋ ਇੱਕ ਮੇਰਾ ਪੁੱਤ ਆ ਤੇ ਮੈਂ ਮਗਰੋਂ ਕੀ ਕਰਦੀ। ਭਾਵ ਜਿਵੇਂ ਮਾਂ ਪੁੱਤ ਨੂੰ ਦੁਖੀ ਵੇਖੇ ਜਾਂ ਪੁੱਤ ਦੇ ਉੱਪਰ ਕੋਈ ਹਮਲਾ ਕਰੇ, ਜਿਵੇਂ ਮਾਂ ਨੂੰ ਦੁੱਖ ਲੱਗਦਾ, ਇੱਦਾਂ ਹੀ ਮਾਤਾ ਨਾਨਕੀ ਜੀ ਨੇ ਉਦੋਂ ਉਦਾਸ ਜਿਹਾ ਹੁੰਦਿਆਂ ਹੋਇਆਂ ਗੁਰੂ ਸਾਹਿਬ ਨਾਲ ਗੱਲ ਕੀਤੀ ਕਿ ਜਿਹੜੇ ਵਿਰੋਧੀ ਧਿਰਾਂ ਨੇ ਉਹ ਈਰਖਾਲੂ ਬਿਰਤੀ ਰੱਖ ਕੇ ਬਾਹਰ ਆਪਣਾ ਪ੍ਰਚਾਰ ਕਰੀ ਜਾ ਰਹੇ ਨੇ ਤੇ ਹੁਣ ਗੋਲੀ ਤੱਕ ਚਲਾ ਦਿੱਤੀ, ਇਹਦਾ ਸਾਡਾ ਕੀ ਬਣੇਗਾ। ਤੇ ਗੁਰੂ ਤੇਗ ਬਹਾਦਰ ਮਹਾਰਾਜ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਜਾਂ ਗੁਰੂ ਸਾਹਿਬ ਕਹਿੰਦੇ ਦੁੱਖ ਸੁਖ ਦੋਨੋਂ ਸਮ ਕਰ ਜਾਣੈ, ਨਾਹੇ ਮਾਨ ਅਪਮਾਨਾ। ਦੁੱਖ ਨੂੰ ਸੁੱਖ ਨੂੰ, ਮਾਨ ਨੂੰ ਅਪਮਾਨ ਨੂੰ, ਮਿੱਟੀ ਨੂੰ ਸੋਨੇ ਨੂੰ ਇੱਕੋ ਜਿਹਾ ਮੰਨ ਕੇ ਜੋ ਚੱਲਦੇ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਉਹ ਇੱਦਾਂ ਗੋਬਿੰਦ ਦੇ ਨਾਲ ਲੀਨ ਹੁੰਦੇ ਆ ਜਿਵੇਂ ਪਾਣੀ ਵਿੱਚ ਪਾਣੀ ਲੀਨ ਹੋ ਜਾਂਦਾ, ਜਿਨ੍ਹਾਂ ਦੀ ਸੁਰਤੇ ਇੱਦਾਂ ਦੀ ਹੁੰਦੀ ਹੈ। ਸੋ ਗੁਰੂ ਤੇਗ ਬਹਾਦਰ ਕਹਿਣ ਲੱਗੇ, ਮਾਤਾ ਜੀ ਸਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ। ਜਿਹਦੇ ਵੱਲ ਪਰਮਾਤਮਾ ਪਰਮੇਸ਼ਵਰ ਜਿਹਦਾ ਸਹਾਈ ਹੋ ਜਾਂਦਾ, ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਤੁਸੀਂ ਤੇ ਐਵੇਂ ਬਿਨਾਂ ਵਜ੍ਹਾ ਹੀ ਚਿੰਤਾ ਕਰਦੇ ਹੋ, ਤੁਸੀਂ ਬੇਵਜ੍ਹਾ ਚਿੰਤਾ ਕਰਦੇ ਹੋ। ਜਿਹਦੇ ਵੱਲ ਪਰਮਾਤਮਾ ਹੋਵੇ, ਜਿਹਦਾ ਰਾਖਾ ਪ੍ਰਭੂ ਹੋਵੇ, ਉਹਦਾ ਕੁਝ ਵਿਗਾੜ ਕੋਈ ਨਹੀਂ ਸਕਦਾ। ਮਾਤਾ ਜੀ ਕਹਿਣ ਲੱਗੇ ਸਾਡਾ ਇੰਨਾ ਨੁਕਸਾਨ ਕਰ ਗਏ, ਤੁਹਾਡੇ ਮਸਤਕ ਦੇ ਨਾਲ ਛੂਹ ਕੇ ਗੋਲੀ ਲੰਘੀ, ਥੋੜ੍ਹੇ ਜਿਹੇ ਵੱਜ ਜਾਂਦੇ ਟਿਕਾਣੇ ਤੇ ਕਿੱਡਾ ਵੱਡਾ ਘਾਟਾ ਪੈ ਜਾਣਾ ਸੀ ਸਿੱਖਾਂ ਨੂੰ, ਮੈਨੂੰ ਕਿੰਨਾ ਵੱਡਾ ਘਾਟਾ ਪੈ ਜਾਣਾ ਸੀ। ਫਿਰ ਸਾਰਾ ਸਮਾਨ ਚੜਾਵਾ ਤੱਕ ਲੁੱਟ ਕੇ ਲੈ ਗਏ ਆ, ਤੁਸੀਂ ਕਹਿੰਦੇ ਵਿਗੜਦਾ ਕੁਝ ਨਹੀਂ। ਮਹਾਰਾਜ ਕਹਿਣ ਲੱਗੇ ਚਿੰਤਾ ਨਾ ਕਰੋ, ਇੱਥੇ ਜੋ ਕਰਮ ਕਰਾਂਗੇ ਉਹ ਭੁਗਤਣਾ ਹੀ ਪੈਣਾ ਆ। ਕਦੇ ਵੀ ਕੋਈ ਕਰਮਾਂ ਤੋਂ ਨੱਸ ਨਹੀਂ ਸਕਿਆ। ਕੋਈ ਕਵੇ ਕਿ ਮੈਂ ਕਰਮਾਂ ਤੋਂ ਨੱਸ ਜਾਵਾਂਗਾ, ਜਿਹਨੇ ਜੋ ਕੀਤਾ ਉਹਨੇ ਉਹ ਪਾਇਆ ਆ। ਜੇਕਰ ਕੋਈ ਕਿਸੇ ਨੂੰ ਸੁਖੀ ਕਰਦਾ ਤੇ ਪ੍ਰਭੂ ਵੇਖਦਾ ਆ, ਉਹ ਉਹਨੂੰ ਸੁੱਖ ਦਿੰਦਾ। ਜੇਕਰ ਕੋਈ ਕਿਸੇ ਦੇ ਰਾਹ ਤੋਂ ਰੋੜਾ ਚੁੱਕਦਾ ਤੇ ਪਰਮੇਸ਼ਵਰ ਉਹਦਾ ਰਾਹ ਸਾਫ਼ ਕਰ ਦਿੰਦਾ ਆ। ਪਰ ਜੇਕਰ ਕੋਈ ਕਿਸੇ ਦੇ ਰਾਹ ਵਿੱਚ ਰੋੜੇ ਵਿਛਾਉਂਦਾ ਹੈ ਨਾ, ਤੇ ਪਰਮਾਤਮਾ ਫਿਰ ਉਹਦੇ ਰਾਹ ਦੇ ਵਿੱਚ ਵੀ ਵਿਘਨ ਪਾ ਦਿੰਦਾ। ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਜਾਂ ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਆ ਆਏ। ਜਿਹੜਾ ਵੀ ਇਸ ਖੇਤ ਰੂਪੀ ਸਰੀਰ ਵਿੱਚ, ਸਰੀਰ ਰੂਪੀ ਖੇਤ ਵਿੱਚ ਜੋ ਕੁਝ ਵੀ ਬੀਜਾਂਗੇ ਉਹ ਅੰਤ ਨੂੰ ਅੱਗੇ ਆ ਜਾਂਦਾ। ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ। ਗੁਰੂ ਸਾਹਿਬ ਕਹਿਣ ਲੱਗੇ ਉਹ ਭੁਗਤਣਗੇ ਜ਼ਰੂਰ, ਜਿਹੜੇ ਮਾੜਾ ਕਰ ਰਹੇ ਨੇ ਉਹਨਾਂ ਨੂੰ ਆਪਣੇ ਆਪ ਭੁਗਤਣਾ ਪੈਣਾ। ਮਾਰੇ ਕਹਿਣ ਲੱਗੇ ਅਸੀਂ ਸੰਗਤਾਂ ਨੂੰ ਤਾਂ ਨਹੀਂ ਕਿਹਾ ਕਿ ਸਾਨੂੰ ਕੋਈ ਭੇਟਾ ਦਿਓ, ਅਸੀਂ ਸੰਗਤ ਨੂੰ ਤਾਂ ਨਹੀਂ ਕਿਹਾ ਆਣ ਕੇ ਤੁਸੀਂ ਮੈਨੂੰ ਨਮਸਕਾਰ ਕਰੋ। ਇਹ ਤਾਂ ਸੰਗਤ ਦੀ ਆਪਣੀ ਭਾਵਨਾ ਸੀ, ਉਹਨਾਂ ਨੇ ਆਣ ਕੇ ਸੇਵਾ ਕੀਤੀ, ਦਰਸ਼ਨ ਕੀਤੇ ਨੇ। ਮਹਾਰਾਜ ਕਹਿਣ ਲੱਗੇ ਅਸੀਂ ਤੇ ਧੀਰ ਮੱਲ ਦਾ ਕੁਝ ਨਹੀਂ ਵਿਗਾੜਿਆ। ਫਿਰ ਗੁਰੂ ਸਾਹਿਬ ਕਹਿਣ ਲੱਗੇ ਧੀਰ ਮੱਲ ਇੰਨੇ ਚਿਰ ਦਾ ਗੁਰੂ ਬਣ ਬਹਿ ਰਿਹਾ, ਆਦਿ ਗ੍ਰੰਥ ਦੀ ਬੀੜ ਵੀ ਉਹਨੇ ਕੋਲ ਰੱਖੀ ਹੋਈ ਆ, ਮੱਥੇ ਟਿਕਾਉਂਦਾ ਆ ਤੇ ਚੜਾਵਾ ਖਾਂਦਾ। ਆਪਾਂ ਤਾਂ ਕਦੇ ਉਹਨੂੰ ਕੁਝ ਨਹੀਂ ਕਿਹਾ ਕਿ ਸਾਨੂੰ ਕੁਝ ਹਿੱਸਾ ਦੇ ਜਾਂ ਕੁਝ ਵਿੱਚੋਂ ਕੁਝ ਉਹਦੇ ਕੋਲੋਂ ਲੈਂਦੇ ਨੇ। ਇਹ ਤਾਂ ਸੰਗਤ ਦੀ ਖੁਸ਼ੀ ਸੀ, ਜਿੱਧਰ ਸੰਗਤ ਦਾ ਮਨ ਸੀ ਉੱਧਰ ਜਾ ਰਹੀ ਸੀ। ਇਸ ਕਰਕੇ ਮਾਤਾ ਜੀ ਤੁਸੀਂ ਪਰਵਾਹ ਨਾ ਕਰਿਆ ਕਰੋ, ਚਿੰਤਾ ਨਾ ਕਰਿਆ ਕਰੋ ਕਿਸੇ ਗੱਲ ਦੀ ਵੀ।
ਪਰਮੇਸ਼ਵਰ ਆਪੇ ਸਭ ਕੁਝ ਠੀਕ ਕਰੇਗਾ। ਜਿਹੜਾ ਸਹੀ ਰਾਹ 'ਤੇ ਚੱਲਦਾ ਆ ਉਹਦਾ ਰਾਖਾ ਪਰਮਾਤਮਾ ਹੁੰਦਾ, ਅਤੇ ਜਿਹਦਾ ਰਾਖਾ ਪਰਮਾਤਮਾ ਆ ਉਹਨੂੰ ਹੋਰ ਕੀ ਚਾਹੀਦਾ। ਜਿਹਦੇ ਸਿਰ 'ਤੇ ਪ੍ਰਭੂ ਪਰਮੇਸ਼ਵਰ ਹੋਵੇ ਉਹਨੂੰ ਕਿਸੇ ਗੱਲ ਦੀ ਕਮੀ ਕਿਵੇਂ ਆ ਸਕਦੀ। ਸੋ ਇੱਧਰ ਸਿੱਖ ਸੰਗਤਾਂ ਨੇ ਬੜਾ ਬੁਰਾ ਮਨਾਇਆ ਇਸ ਗੱਲ ਦਾ ਕਿ ਗੁਰੂ ਸਾਹਿਬ ਦੇ ਉੱਪਰ ਗੋਲੀ ਕਿਉਂ ਚਲਾਈ। ਚਲੇ ਗਏ ਸਾਰੇ ਇਕੱਠੇ ਹੋ ਕੇ, ਵਿਚਾਰਾਂ ਕਰਦੇ ਆ ਕਿ ਹੁਣ ਕੀ ਹੱਲ ਹੋ ਸਕਦਾ ਆ, ਕਿ ਅਸੀਂ ਤਾਂ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੇ, ਅਸੀਂ ਕੁਝ ਹੀਲਾ ਵੀ ਨਹੀਂ ਕਰ ਸਕਦੇ, ਪਰ ਮੱਖਣ ਸ਼ਾਹ ਜਿਹੜਾ ਆ ਉਹਦੇ ਕੋਲ 500 ਸਿਪਾਹੀ ਨੇ, ਉਹਨੂੰ ਜਾ ਕੇ ਬੇਨਤੀ ਕਰਦੇ। ਚਲੇ ਗਏ, ਜਾ ਕੇ ਆਖਣ ਲੱਗੇ, ਮੱਖਣ ਸ਼ਾਹ ਤੂੰ ਇੱਥੇ ਲੇਟਿਆ ਆਰਾਮ ਕਰ ਰਿਹਾ ਡੇਰੇ ਦੇ ਵਿੱਚ, ਉਧਰ ਸਤਿਗੁਰਾਂ ਦੇ ਉੱਪਰ ਕਿਸੇ ਨੇ ਗੋਲੀ ਚਲਾ ਦਿੱਤੀ ਹੈ। ਮੱਖਣ ਸ਼ਾਹ ਬੜਾ ਹੈਰਾਨ ਹੋਇਆ, ਇੱਕਦਮ ਦੱਸਿਆ ਕਿ ਮੱਖਣ ਸ਼ਾਹ ਗੁਰੂ ਸਾਹਿਬ 'ਤੇ ਗੋਲੀ ਤੇ ਚੱਲੀ, ਪਰ ਮਹਾਰਾਜ ਦੇ ਮਸਤਕ ਨਾਲ ਛੂਹ ਕੇ ਨਿਕਲ ਗਈ, ਨੁਕਸਾਨ ਨਹੀਂ ਕੋਈ ਹੋਇਆ। ਪਰ ਇੱਕ ਗੱਲ ਯਾਦ ਰੱਖੀ, ਜੇ ਤੂੰ ਇੱਥੇ ਨਾ ਆਉਂਦਾ ਤਾਂ ਇੱਦਾਂ ਕਦੇ ਹੋਣਾ ਨਹੀਂ ਸੀ। ਕਹਿਣ ਲੱਗਾ ਮੇਰੇ ਕਰਕੇ ਕਿਵੇਂ ਹੋ ਗਿਆ। ਕਹਿਣ ਲੱਗੇ ਕਿ ਤੁਸੀਂ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ, ਮਹਾਰਾਜ ਤੇ ਕਿਸੇ ਨਾਲ ਬੋਲਦੇ ਚਾਲਦੇ ਵੀ ਨਹੀਂ ਸੀ, ਬੜੇ ਆਰਾਮ ਦੇ ਨਾਲ ਜੀਵਨ ਸਤਿਗੁਰਾਂ ਦਾ ਬੀਤ ਰਿਹਾ ਸੀ, ਪਰ ਤੁਸੀਂ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਫਿਰ ਮਹਾਰਾਜ ਨੂੰ ਭੇਟਾ ਵੀ ਸਤਿਗੁਰਾਂ ਨੂੰ ਅਰਪਣ ਕੀਤੀ। ਉਸ ਭੇਟਾ ਕਰਕੇ, ਉਸ ਪ੍ਰਗਟ ਕਰਨੇ ਦੇ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹ ਦਿਨ ਵੇਖਣਾ ਪਿਆ। ਮਹਾਰਾਜ ਤੋਂ ਉਹ ਚੜਾਵਾ ਜਿਹੜਾ ਤੇਰਾ ਚਾੜਿਆ ਹੋਇਆ ਸੀ ਜਾਂ ਸੰਗਤ ਦਾ ਸੀ, ਉਹ ਸਾਰਾ ਹੀ ਖੋਹ ਕੇ ਲੁੱਟ ਕੇ ਲੈ ਗਏ ਨੇ। ਕਹਿਣ ਮਨ ਵਿੱਚ ਬੜਾ ਉਦਾਸ ਹੋਇਆ ਮੱਖਣ ਸ਼ਾਹ ਕਿ ਜੇਕਰ ਸਤਿਗੁਰਾਂ ਨੂੰ ਕੁਝ ਹੋ ਜਾਂਦਾ ਤੇ ਮੈਂ ਕਿਹਨੂੰ ਮੂੰਹ ਵਿਖਾਣਾ ਸੀ। ਬੜਾ ਪਛਤਾਵਾ ਲੱਗਾ ਮਨ ਨੂੰ ਕਿ ਵਾਕਿਆ ਹੀ ਮੈਂ ਹੀ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ। ਸੋ ਮੇਰਾ ਹੁਣ ਫਰਜ਼ ਬਣਦਾ ਆ ਕਿ ਗੁਰੂ ਘਰ ਦੀ ਸੇਵਾ ਦੇ ਵਿੱਚ ਮੈਂ ਹਿੱਸਾ ਪਾਵਾਂ। ਸੋ ਮਨ ਬਣਾ ਲਿਆ, ਸਿਪਾਹੀਆਂ ਨੂੰ ਆਖ ਦਿੱਤਾ ਕਿ ਤਿਆਰੀ ਕਰ ਲਓ ਭਾਈ, ਜਾਣਾ ਆ ਆਪਾਂ ਬਦਲਾ ਲੈਣ ਵਾਸਤੇ। ਇਹ ਜਿਹੜੇ ਗੁਰੂ ਘਰ ਦੇ ਵਿਰੋਧੀ ਨੇ ਉਹਨਾਂ ਨੂੰ ਸੋਧਾ ਲਾਉਣ ਵਾਸਤੇ ਆਪਾਂ ਜਾਣਾ ਆ, ਤਿਆਰੀ ਕਰੋ। ਉਸ ਮਸੰਦ ਨੂੰ ਸਜ਼ਾ ਦੇਣੀ ਆ ਜਿਹਨੇ ਗੁਰੂ ਸਾਹਿਬ 'ਤੇ ਹਮਲਾ ਕੀਤਾ। ਪਤਾ ਲੱਗਾ ਕਿ ਧੀਰਮਲ ਨੇ ਉਹਨੂੰ ਭੇਜਿਆ ਸੀ, ਤਿਆਰ ਹੋ ਕੇ ਹਥਿਆਰ ਲੈ ਕੇ 500 ਸਿਪਾਹੀ ਲੈ ਕੇ ਮੱਖਣ ਸ਼ਾਹ ਧੀਰਮਲ ਦੇ ਡੇਰੇ ਚਲਿਆ ਗਿਆ। ਸਾਧ ਸੰਗਤ ਜੀ ਬੜਾ ਗੁੱਸਾ ਆ ਮਨ ਦੇ ਵਿੱਚ, ਰੋਸ ਆ। ਸੋ ਇਹ ਰੋਸ ਲੈ ਕੇ ਜਦੋਂ ਧੀਰਮਲ ਦੇ ਕੋਲ ਗਿਆ, ਸਿਪਾਹੀਆਂ ਨੂੰ ਪਹਿਲਾਂ ਹੀ ਆਖਿਆ ਸੀ ਕਿ ਤੁਸੀਂ ਕਿਸੇ ਨੂੰ ਕੋਈ ਗੋਲੀ ਨਹੀਂ ਮਾਰਨੀ, ਕੋਈ ਹਥਿਆਰ ਨਾਲ ਵਾਰ ਨਹੀਂ ਕਰਨਾ। ਹਾਂ, ਜੇ ਧੀਰਮਲ ਦੇ ਬੰਦੇ ਅੱਗੋਂ ਕੁਝ ਬੋਲ ਚਾਲ ਕਰਨ, ਹੱਥ ਪਾਈ ਕਰਨ, ਹੱਥੋਂ ਪਾਈ ਹੋਣਗੇ, ਤੇ ਫਿਰ ਭਾਵੇਂ ਧੜ ਦੇ ਨਾਲੋਂ ਸਿਰ ਜਿਹੜਾ ਆ ਜੁਦਾ ਕਰ ਦਿਓ, ਕੋਈ ਗੱਲ ਨਹੀਂ। ਫਿਰ ਕਿਸੇ ਨੂੰ ਜਿੰਦਾ ਨਹੀਂ ਛੱਡਣਾ ਜੇਕਰ ਅੱਗੋਂ ਕੋਈ ਹਮਲਾ ਕਰਦਾ, ਪਰ ਪਹਿਲਾਂ ਵਾਰ ਤੁਸੀਂ ਨਹੀਂ ਕਰਨਾ ਹੈਗਾ। ਇਹ ਗੱਲ ਕਹਿ ਦਿੱਤੀ ਤੇ ਸਾਧ ਸੰਗਤ ਜੀ ਬਾਬਾ ਧੀਰਮਲ ਚਲਿਆ ਗਿਆ। ਪਤਾ ਲੱਗਾ ਕਿ ਬਾਬਾ ਧੀਰਮਲ ਦੇ ਕੋਲ ਮੱਖਣ ਸ਼ਾਹ ਚਲਿਆ ਗਿਆ। ਮੱਖਣ ਸ਼ਾਹ ਨੂੰ ਇਹ ਪਤਾ ਲੱਗਾ ਕਿ ਧੀਰਮਲ ਨੇ ਸ਼ੀਹੇ ਮਸੰਦ ਨੂੰ ਭੇਜਿਆ ਸੀ। ਪਹਿਲਾਂ ਤੇ ਭਾਈ ਮੱਖਣ ਸ਼ਾਹ ਨੇ ਜਿੰਨਾ ਵੀ ਉਹ ਚੜਾਵਾ ਸੀ ਸਾਰਾ ਹੀ ਆਪਣੇ ਬੰਦਿਆਂ ਨੂੰ ਆਖਿਆ ਕਿ ਇਹ ਗਠੜੀਆਂ ਵਿੱਚ ਬੰਨ੍ਹ ਲਿਆ ਜੋ ਕੁਝ ਵੀ ਸੀ। ਫਿਰ ਗੁਰੂ ਆਦਿ ਗ੍ਰੰਥ ਜੀ ਜਿਹੜੀ ਬੀੜ ਸੀ ਉਹ ਇਹ ਬੜੇ ਸਤਿਕਾਰ ਦੇ ਨਾਲ ਪਾਲਕੀ ਵਿੱਚ ਸਜਾ ਲਈ ਗਈ ਕਿ ਇਹ ਵੀ ਆਪਾਂ ਲੈ ਜਾਣੀ ਹੈ, ਇੱਥੇ ਨਹੀਂ ਛੱਡਣੀ ਹੁਣ। ਬਾਕੀ ਵੀ ਸਾਰਾ ਜਿਹੜਾ ਹੋਰ ਸਮਾਨ ਆ ਜਿਹੜਾ ਇਹ ਲੁੱਟ ਕੇ ਇਕੱਠਾ ਕਰੇ ਉਹ ਵੀ ਬੰਨ੍ਹ ਲਓ। ਜੇ ਇਹ ਲੁੱਟ ਕੇ ਲਿਆ ਸਕਦੇ ਆਪਾਂ ਵੀ ਲੁੱਟ ਕੇ ਲੈ ਜਾਣਾ, ਅੱਜ ਨਹੀਂ ਛੱਡਣਾ। ਇੰਨਾ ਗੁੱਸਾ ਮਨ ਦੇ ਵਿੱਚ ਉਹਨਾਂ ਦੇ ਆਇਆ, ਗੁਰੂ ਦੀ ਬੇਅਦਬੀ ਨਹੀਂ ਸਹਾਰ ਸਕਿਆ। ਸੋ ਸਾਰਾ ਕੁਝ ਸਾਧ ਸੰਗਤ ਜੀ ਇਹਨੇ ਗਠੜੀਆਂ ਵਿੱਚ ਬਣਵਾ ਲਿਆ। ਫਿਰ ਪੁੱਛਿਆ ਧੀਰਮਲ ਨੂੰ ਕਿ ਦੱਸ ਕੌਣ ਆ ਉਹ ਮਸੰਦ। ਦੱਸਿਆ, ਪਤਾ ਲੱਗਾ ਕਿ ਸ਼ੀਹਾ ਮਸੰਦ ਉੱਥੇ। ਉਹਨੂੰ ਫਿਰ ਬੰਨ੍ਹ ਲਿਆ, ਉਹਦੀ ਕੁੱਟਮਾਰ ਕੀਤੀ, ਉਹਨੂੰ ਉਹਦੇ ਹੱਥ ਪਿੱਛੇ ਬੰਨ੍ਹ ਲਏ। ਅਤੇ ਸਾਧ ਸੰਗਤ ਜੀ ਧੀਰਮਲ ਨੂੰ ਆਖਣ ਲੱਗੇ, ਮੱਖਣ ਸ਼ਾਹ ਨੇ ਆਖਿਆ, ਧੀਰਮਲ ਤੈਨੂੰ ਵੀ ਬੰਨ੍ਹ ਕੇ ਲੈ ਜਾਣਾ ਸੀ, ਅਸੀਂ ਤੈਨੂੰ ਵੀ ਬੰਨ੍ਹ ਕੇ ਲੈ ਜਾਣਾ ਸੀ, ਬਸ ਇਸ ਵਾਸਤੇ ਤੈਨੂੰ ਹੱਥ ਨਹੀਂ ਲਾਇਆ ਕਿਉਂਕਿ ਤੂੰ ਗੁਰੂ ਦੇ ਕੁਲ ਦੇ ਵਿੱਚੋਂ, ਗੁਰੂ ਦੇ ਵੰਸ਼ ਦੇ ਵਿੱਚੋਂ ਆ, ਤਾਂ ਤੇਰਾ ਸਤਿਕਾਰ ਅਜੇ ਵੀ ਅਸੀਂ ਕਰਦੇ ਪਏ ਹਾਂ, ਤਾਂ ਤੈਨੂੰ ਅਸੀਂ ਕੁਝ ਨਹੀਂ ਕਿਹਾ, ਛੱਡ ਚੱਲਿਆ ਇੱਦਾਂ ਹੀ, ਨਹੀਂ ਤਾਂ ਤੈਨੂੰ ਵੀ ਸਜ਼ਾ ਜ਼ਰੂਰ ਦੇਣੀ ਸੀ। ਧੀਰਮਲ ਅੱਗੋਂ ਕਹਿੰਦਾ
ਇਹ ਤੇ ਸਾਡਾ ਆਪਸੀ ਮਾਮਲਾ ਆ, ਤੂੰ ਇਹਦੇ ਵਿੱਚ ਕਿਉਂ ਪੈਂਦਾ? ਜਿਹੜੇ ਸਿੱਖ ਨੇ ਉਹ ਤੇ ਗੁਰੂ ਦੀ ਸੇਵਾ ਕਰਦੇ ਆ, ਮੱਥਾ ਟੇਕਦੇ ਨੇ, ਬਚਨ ਸੁਣ ਕੇ ਚਲੇ ਜਾਂਦੇ ਆ, ਤੂੰ ਇਹਨਾਂ ਮਸਲਿਆਂ ਵਿੱਚ ਕਿਉਂ ਪੈਂਦਾ? ਮੱਖਣ ਸ਼ਾਹ ਕਹਿਣ ਲੱਗਾ, ਮੈਂ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ, ਮੈਂ ਜਾਣਦਾ ਇਹ ਪ੍ਰਤੱਖ ਗੁਰੂ ਤੇਗ ਬਹਾਦਰ ਮਹਾਰਾਜ ਨੇ। ਸੋ ਮੇਰੇ ਵਜ੍ਹਾ ਨਾਲ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਕੋਈ ਗੋਲੀ ਚਲਾ ਦੇਵੇ, ਮੇਰੇ ਕੋਲ ਸਹਾਰਿਆ ਨਹੀਂ ਜਾਂਦਾ। ਇਸ ਕਰਕੇ ਅੱਜ ਤੋਂ ਬਾਅਦ ਜਿਹੜਾ ਵੀ ਗੁਰੂ ਵੱਲ ਉਂਗਲ ਕਰੇਗਾ ਮੈਂ ਉਹਦੀ ਉਂਗਲ ਵੱਢ ਦਿਆਂਗਾ, ਜਿਹੜਾ ਵੀ ਗੁਰੂ ਤੇ ਉਂਗਲ ਚੁੱਕੇਗਾ। ਤੇ ਵਾਕਿਆ ਸਿੱਖ ਇਦਾਂ ਦਾ ਹੀ ਹੋਣਾ ਚਾਹੀਦਾ। ਮਹਾਂਪੁਰਖ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਸਨ, ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰ ਰਿਹਾ ਹੈ, ਗੁਰੂ ਸਾਹਿਬ ਨੂੰ ਮਾੜਾ ਬੋਲ ਰਿਹਾ ਹੈ, ਤੇ ਜਿਹੜਾ ਗੁਰੂ ਦਾ ਸਿੱਖ ਆ ਉਹ ਸੁਣੇ ਨਾ, ਜਾਂ ਤੇ ਉੱਥੇ ਉਹਨੂੰ ਜਵਾਬ ਦੇਵੇ, ਜਾਂ ਉੱਥੋਂ ਸੁਣੇ ਨਾ, ਚਲਿਆ ਜਾਵੇ ਉੱਥੋਂ, ਜਾਂ ਤਾਂ ਉੱਥੇ ਉਹਦਾ ਮੂੰਹ ਬੰਦ ਕਰੇ, ਜੇ ਬੰਦ ਨਹੀਂ ਕਰ ਸਕਦਾ ਉੱਥੋਂ ਚਲਿਆ ਜਾਵੇ, ਸੁਣੇ ਨਾ ਖੜਾ ਹੋ ਕੇ ਗੁਰੂ ਦੀ ਬੇਅਦਬੀ ਨੂੰ। ਸੋ ਇਸ ਕਰਕੇ ਸਾਧ ਸੰਗਤ ਜੀ ਇਦਾਂ ਦਾ ਪਿਆਰ ਹੋਣਾ ਚਾਹੀਦਾ। ਮਹਾਰਾਜ ਤੇ ਕਹਿੰਦੇ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੀ ਹਮਾਰਾ। ਜਿਹਨੇ ਗੁਰਬਾਣੀ ਦਾ ਭੈ, ਗੁਰਬਾਣੀ ਦਾ ਅਦਬ ਨਹੀਂ ਕੀਤਾ, ਉਹ ਸਾਡਾ ਸਿੱਖ ਨਹੀਂ। ਤੇ ਮੈਂ ਸਾਧ ਸੰਗਤ ਆਪ ਜੀ ਦੇ ਚਰਨਾਂ ਵਿੱਚ ਵੀ ਬੇਨਤੀ ਕਰਾਂਗਾ, ਜਦੋਂ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਦੇ, ਇੱਦਾਂ ਗੁਟਕੇ ਸਾਹਿਬ ਦਾ ਵੀ ਸਤਿਕਾਰ ਕਰਿਆ ਕਰੋ, ਕਿਉਂਕਿ ਇਹਦੇ ਵਿੱਚ ਵੀ ਬਾਣੀ ਹੈ, ਇਹਨੂੰ ਵੀ ਗੁਰੂ ਕਰਕੇ ਜਾਣੋ। ਇਹ ਉਹੀ ਬਾਣੀ ਹੈ ਜੋ ਗੁਰੂ ਗ੍ਰੰਥ ਸਾਹਿਬ ਵਿੱਚ। ਸੋ ਮੈਂ ਬੇਨਤੀ ਕਰਾਂਗਾ, ਜਦੋਂ ਗੁਟਕਾ ਸਾਹਿਬ ਆਪ ਜੀ ਰੱਖਦੇ ਹੋ, ਵੇਖਿਆ ਕਰੋ ਪਹਿਲੇ ਗੁਟਕਾ ਸਾਹਿਬ ਕਿਵੇਂ ਪਏ ਹੋਏ ਨੇ। ਕਈ ਵਾਰੀ ਪਹਿਲਾਂ ਵੀ ਬੇਨਤੀ ਕੀਤੀ ਹੈ, ਕਈ ਵਾਰੀ ਕੋਈ ਗੁਟਕਾ ਸਾਹਿਬ ਐ ਨੂੰ ਹੈ, ਕੋਈ ਇੱਦਾਂ ਆ, ਵਿੰਗੇ ਟੇਢੇ ਰੱਖੇ ਹੁੰਦੇ। ਸਤਿਕਾਰ ਕਰਿਆ ਕਰੋ ਪਿਆਰਿਓ, ਵੇਖਿਆ ਕਰੋ ਅੱਖਰ ਕਿਹੜੇ ਪਾਸੇ ਨੂੰ ਨੇ। ਉਸੇ ਤਰੀਕੇ ਦੇ ਨਾਲ ਬੜੇ ਸਤਿਕਾਰ ਨਾਲ ਸਜਾ ਕੇ ਉੱਪਰ ਰੁਮਾਲਾ ਸਾਹਿਬ, ਰੁਮਾਲ ਕੋਈ ਸਾਫ ਸੁਥਰਾ ਕੱਪੜਾ ਰੱਖ ਕੇ ਸਤਿਕਾਰ ਦਿਆ ਕਰੋ। ਜਿੰਨਾ ਹੋ ਸਕੇ ਵੱਧ ਤੋਂ ਵੱਧ ਗੁਰਬਾਣੀ ਦਾ ਸਤਿਕਾਰ ਕਰਨਾ ਹੈ। ਤੇ ਮਹਾਰਾਜ ਤੇ ਕਹਿੰਦੇ ਨੇ ਕਿ ਗੁਰਬਾਣੀ ਦਾ ਸਤਿਕਾਰ ਜਿੰਨਾ ਵੀ ਤੁਸੀਂ ਕਰ ਲਓਗੇ ਉਨਾ ਹੀ ਘੱਟ ਆ, ਉਨਾ ਹੀ ਥੋੜ੍ਹਾ ਆ, ਜਿੰਨਾ ਵੀ ਕਰ ਲਓ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਪਾਲਕੀ ਵਿੱਚ ਆਦਿ ਗ੍ਰੰਥ ਦੀ ਬੀੜ ਵੀ ਸਜਾ ਲਈ, 6 ਮਸੰਦ ਦੇ ਹੱਥ ਵੀ ਪਿੱਛੇ ਬੰਨ੍ਹ ਲਏ, ਉਹਦੇ ਛਿੱਤਰ ਵੀ ਫੇਰਿਆ, ਕੁੱਟਮਾਰ ਵੀ ਉਹਦੇ ਕੀਤੀ। ਧੀਰਮਲ ਨੂੰ ਕਹਿ ਦਿੱਤਾ, ਤੈਨੂੰ ਵੀ ਲੈ ਜਾਣਾ ਸੀ, ਪਰ ਇਸ ਕਰਕੇ ਛੱਡ ਚੱਲਿਆ, ਤੂੰ ਗੁਰੂ ਦੇ ਵੰਸ਼ ਵਿੱਚੋਂ ਆ। ਧੀਰਮਲ ਨੇ 1-2 ਗੱਲਾਂ ਕੀਤੀਆਂ ਪਰ ਚੁੱਪ ਰਿਹਾ। ਤੇ ਇਹਨਾਂ ਦੇ ਮੱਖਣ ਸ਼ਾਹ ਦੇ ਆਉਣ ਤੋਂ ਪਹਿਲਾਂ ਆਪਣੇ ਬੰਦਿਆਂ ਨੂੰ ਮੈਂ ਕਹਿ ਦਿੱਤਾ ਸੀ ਕਿ ਫੌਜ ਨਾਲ ਲੈ ਕੇ ਆਇਆ ਮੱਖਣ ਸ਼ਾਹ, ਕਾਫੀ ਬੰਦੇ ਨਾਲ ਲੈ ਕੇ ਆਇਆ, ਇਸ ਕਰਕੇ ਕੁਝ ਬੋਲਿਓ ਨਾ, ਚੁੱਪ ਰਹਿਣ ਵਿੱਚ ਸਾਡਾ ਭਲਾ ਆ, ਚੁੱਪ ਹੀ ਰਵਾਂਗੇ, ਕੁਝ ਨਹੀਂ ਬੋਲਣਾ, ਜਵਾਬ ਨਹੀਂ ਦੇਣਾ। ਸੋ ਸਾਧ ਸੰਗਤ ਜੀ, ਉਹ ਸਾਰਾ ਖਜ਼ਾਨਾ, ਉਹ ਸਾਰਾ ਚੜਾਵਾ ਮਾਇਆ ਸੀ, ਜਿਹੜੀ ਜੋ ਵੀ ਸਮਾਨ ਸੀ, ਵਸਤੂਆਂ ਗਠਣੀਆਂ ਬੰਨ੍ਹ ਕੇ, ਤੇ ਸਾਧ ਸੰਗਤ ਜੀ ਉਹ ਧੀਰਮਲ ਦੇ ਬੰਦਿਆਂ ਦੇ ਸਿਰਾਂ 'ਤੇ ਚੁਕਾ ਕੇ ਇਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਕੋਲ ਲੈ ਕੇ ਆਏ ਨੇ। ਇੱਥੇ ਜਦੋਂ ਸਾਰਾ ਸਮਾਨ ਵਾਪਸ ਆਇਆ ਹੋਇਆ, ਗੁਰੂ ਸਾਹਿਬ ਨੇ ਵੇਖਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਇਹ ਕਿਵੇਂ ਆ ਗਿਆ? ਤੇ ਮੱਖਣ ਸ਼ਾਹ ਨੇ ਆਣ ਕੇ ਬੇਨਤੀ ਕੀਤੀ ਹੈ, ਧੰਨ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਦੇ ਆਇਆ। ਧੀਰਮਲ ਨੂੰ ਵੀ ਮੈਂ ਗੱਲਾਂ ਸੁਣਾ ਆਇਆ, ਤਾੜਨਾ ਕਰ ਆਇਆ ਕਿ ਬਾਜ ਆ ਜਾਵੇ ਆਪਣੇ ਕੰਮਾਂ ਤੋਂ। ਤੇ ਜਿਹਨੇ ਤੁਹਾਡੇ 'ਤੇ ਗੋਲੀ ਚਲਾਈ ਆ, ਵਾਰ ਕੀਤਾ ਆ, ਮਹਾਰਾਜ ਆ ਤੁਹਾਡਾ ਦੋਸ਼ੀ ਸਾਹਮਣੇ ਹੈ, ਮਹਾਰਾਜ ਦੱਸੋ ਇਹਦਾ ਕੀ ਕਰੀਏ ਇਲਾਜ? ਜਿਵੇਂ ਵੀ ਤੁਹਾਡਾ ਹੁਕਮ ਹੋਏ ਸਤਿਗੁਰੂ, ਉੱਦਾਂ ਹੀ ਇਹਦਾ ਹਾਲ ਕਰ ਦੇਵਾਂਗੇ, ਜੋ ਤੁਸੀਂ ਫਰਮਾ ਦਿਓ। ਤੇ ਵੇਖੋ ਪਿਆਰਿਓ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸੁਭਾਅ ਕਿੰਨਾ ਮਿੱਠਾ ਆ। ਸਤਿਗੁਰੂ ਕਹਿਣ ਲੱਗੇ, ਮੱਖਣ ਸ਼ਾਹ ਆਪਾਂ ਕੀ ਕਰਨਾ ਇਸ ਚੜਾਵੇ ਨੂੰ? ਜੇ ਉਹ ਸਾਡੇ ਤੋਂ ਖੋਹ ਕੇ ਲੈ ਗਏ ਸਨ, ਆਪਾਂ ਹੁਣ ਵਰਤਣਾ ਨਹੀਂ, ਇਹ ਸਾਰਾ ਵਾਪਸ ਕਰ ਦੇ। ਮਹਾਰਾਜ ਕਹਿਣ ਲੱਗੇ, ਇਹ ਚੜਾਵਾ, ਇਹ ਮਾਇਆ ਪਦਾਰਥ ਵਾਪਸ ਕਰ ਦੇ। 6 ਮਸੰਦ ਜਿਹੜਾ ਇਹਨੂੰ ਵੀ ਜਾਣ ਦੇ, ਛੱਡ ਦੇ, ਹੋ ਗਿਆ ਬਹੁਤ ਇਹਨਾਂ ਦੇ ਨਾਲ। ਇੱਦਾਂ ਦਾ ਸੁਭਾਅ ਆ ਸਤਿਗੁਰੂ ਪਿਆਰੇ ਦਾ। ਆਪਾਂ ਤਾਂ ਹੀ ਪੜ੍ਹਦੇ ਹਾਂ, ਸਤਿਗੁਰੂ ਮੇਰਾ ਬਖਸ਼ਣਹਾਰਾ ਆ, ਵੱਡੇ ਵੱਡੇ ਪਾਪੀਆਂ ਨੂੰ, ਵੱਡੇ ਵੱਡੇ ਗੁਨਾਹੀਆਂ ਨੂੰ ਬਖਸ਼ ਦਿੰਦਾ ਆ, ਬਖਸ਼ਣਹਾਰਾ ਆ। ਪਰ ਜਦੋਂ ਬਖਸ਼ਣ 'ਤੇ ਆਇਆ ਹੋਵੇ
ਜਦੋਂ ਉਹ ਬਖਸ਼ਣ ਤੇ ਆ ਜਾਵੇ ਤੇ ਵੱਡਿਆਂ ਵੱਡਿਆਂ ਨੂੰ ਬਖਸ਼ ਲੈਂਦਾ। ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਮੱਖਣ ਸ਼ਾਹ ਨੂੰ ਆਖਿਆ ਇਹਨੂੰ ਛੱਡ ਦੇ, ਇਹਨੂੰ ਕੁਝ ਨਹੀਂ ਕਹਿਣਾ। ਬੜੀਆਂ ਵਿਚਾਰਾਂ ਫਿਰ ਆਪਸ ਵਿੱਚ ਹੋਈਆਂ। ਮੱਖਣ ਸ਼ਾਹ ਹੋਰ ਆਪਣੇ ਮਨ ਦੀਆਂ ਗੱਲਾਂ ਗੁਰੂ ਸਾਹਿਬ ਨਾਲ ਕਰਦਾ, ਦਿਲ ਦਾ ਦੁੱਖ ਜ਼ਾਹਰ ਕਰਦਾ। ਸਤਿਗੁਰੂ ਤੁਹਾਡੇ ਤੇ ਕੋਈ ਗੋਲੀ ਚਲਾ ਜਾਵੇ ਤੇ ਮਹਾਰਾਜ ਸਾਡੇ ਹੁੰਦਿਆਂ ਹੋਇਆਂ ਮਹਾਰਾਜ ਸਾਡਾ ਜੀਣਾ ਤੇ ਹਰਾਮ ਆ। ਮਹਾਰਾਜ ਸਾਡੇ ਜੀਣ ਦਾ ਕੋਈ ਫਾਇਦਾ ਨਹੀਂ। ਸਾਡੇ ਪਿਓ ਨੂੰ ਕੋਈ ਕੁਝ ਕਹਿ ਜਾਵੇ ਆਣ ਕੇ ਤੇ ਅਸੀਂ ਚੁੱਪ ਰਹਿ ਜਾਈਏ ਤੇ ਮਹਾਰਾਜ ਸਾਨੂੰ ਤੇਰੇ ਪੁੱਤ ਕਹਾਉਣ ਦਾ ਕੋਈ ਫਾਇਦਾ ਥੋੜ੍ਹੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਹੁੰਦਿਆਂ ਹੋਇਆਂ ਕੋਈ ਤੁਹਾਨੂੰ ਕੁਝ ਨਹੀਂ ਕਹੇਗਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਮਨ ਵਿੱਚ ਰੋਸ ਆਇਆ ਮਹਾਰਾਜ ਤਾਂ ਅਸੀਂ ਆ ਸਾਰਾ ਕੁਝ ਕੀਤਾ। ਪਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗਾਂ ਤੋਂ ਇੱਦਾਂ ਨਹੀਂ ਕਰਨਾ, ਮਨਾ ਕਰ ਦਿੱਤਾ। ਪਤਾ ਕਿਉਂ? ਕਿਉਂਕਿ ਮੈਂ ਉਦਣ ਵੀ ਬੇਨਤੀ ਕੀਤੀ, ਗੁਰੂ ਸਾਹਿਬ ਨੇ ਜਵਾਬ ਦੇਣਾ ਸੀ ਕਈਆਂ ਨੂੰ। ਕਈ ਬੰਦਿਆਂ ਦੇ ਮਨ ਵਿੱਚ ਵਿਚਾਰ ਹੁੰਦੀ ਹੈ ਯਾਰ ਬੰਦੇ ਨੇ ਕੁਝ ਕਹਿ ਦਿੱਤਾ ਤੇ ਚੁੱਪ ਰਹਿਣ ਵਿੱਚ ਭਲਾ ਸੀ, ਚੁੱਪ ਰਹਿ ਜਾਂਦੇ ਆਪੇ ਗੱਲ ਖਤਮ ਹੋ ਜਾਂਦੀ। ਪਰ ਮਹਾਰਾਜ ਜੀ ਦੱਸਣਾ ਚਾਹੁੰਦੇ ਨੇ ਕਿ ਚੁੱਪ ਰਹਿਣ ਦੇ ਨਾਲ ਅਗਲਾ ਕੀ ਕੁਝ ਕਰ ਜਾਂਦਾ, ਗਾਂ ਦੀ ਗਾਂ ਸਿਰ ਤੇ ਚੜ੍ਹ ਜਾਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਚੁੱਪ ਰਹਿ ਲਓ ਜਿੱਥੋਂ ਤੱਕ ਰਿਹਾ ਜਾਂਦਾ ਆ, ਪਰ ਜਦੋਂ ਅਗਲਾ ਹੱਦ ਟੱਪ ਜਾਵੇ ਫਿਰ ਨਹੀਂ ਚੁੱਪ ਰਹਿਣਾ ਚਾਹੀਦਾ। ਜਬ ਆਵ ਕੇ ਔਧ ਨਿਧਾਨ ਬਣੈ ਅਤ ਹੇ ਰਣ ਮੈਂ ਤਬ ਜੂਝ ਮਰੋ। ਜਦੋਂ ਔਖੀ ਘੜੀ ਇੰਨੀ ਕੁ ਜ਼ਿਆਦਾ ਆ ਜਾਵੇ ਕਿ ਕੰਮ ਕੰਢੇ 'ਤੇ ਆ ਗਿਆ ਨਾ, ਤੇ ਮਹਾਰਾਜ ਕਹਿੰਦੇ ਫਿਰ ਭਾਵੇਂ ਰਣ ਦੇ ਮੈਦਾਨ ਵਿੱਚ ਜੂਝ ਕੇ ਮਰ ਜਾਓ। ਤੇ ਮੱਖਣ ਸ਼ਾਹ ਨੇ ਸਿਪਾਹੀਆਂ ਨੂੰ ਕਹਿ ਦਿੱਤਾ ਸੀ ਕਿ ਚੱਲੋ ਚੱਲੀਏ, ਜੇਕਰ ਧੀਰਮਲ ਦੇ ਬੰਦੇ ਸਾਨੂੰ ਮਾਰ ਵੀ ਦੇਣਗੇ ਨਾ, ਆਪਾਂ ਮਰ ਵੀ ਜਾਵਾਂਗੇ ਨਾ ਉੱਥੇ ਜਾ ਕੇ, ਤੇ ਸਵਰਗਾਂ ਨੂੰ ਹੀ ਜਾਵਾਂਗੇ, ਆਪਾਂ ਗੁਰਪੁਰੀ ਨੂੰ ਹੀ ਜਾਵਾਂਗੇ। ਇੱਦਾਂ ਦੀ ਮੌਤ ਵੀ ਬੜੀ ਚੰਗੀ ਹੈ ਜਿਹੜੇ ਗੁਰੂ ਦੀ ਖਾਤਰ ਮੌਤ ਆ ਜਾਵੇ, ਜਿਹੜੇ ਗੁਰੂ ਦੀ ਰਾਖੀ ਵਾਸਤੇ ਗੁਰੂ ਘਰ ਦੀ ਸੇਵਾ ਦੇ ਵਿੱਚ ਜਿਹੜਾ ਤਨ ਲੱਗ ਜਾਵੇ। ਜੋਵਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਇਸ ਜੋਵਨ ਨੂੰ, ਇਸ ਜਵਾਨੀ ਨੂੰ, ਜ਼ਿੰਦਗੀ ਨੂੰ ਰੱਖ ਕੇ ਕੀ ਕਰਨਾ? ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ। ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕਿਤੇ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਇਹਨੇ ਸਰੀਰ ਨੇ ਤੇ ਉੱਦਾਂ ਵੀ ਸੁੱਕ ਸੜ ਜਾਣਾ ਆ, ਉੱਦਾਂ ਵੀ ਮਰ ਜਾਣ। ਇਹ ਤੋਂ ਚੰਗਾ ਕਿਉਂ ਨਾ ਇਹ ਸਰੀਰ ਗੁਰੂ ਦੇ ਲੇਖੇ ਲਾ ਦਿੱਤਾ ਜਾਵੇ। ਸੋ ਸਾਧ ਸੰਗਤ ਜੀ ਬੜਾ ਇੱਦਾਂ ਵਿਚਾਰ ਗੁਰੂ ਸਾਹਿਬ ਦੇ ਵਿੱਚ ਤੇ ਮੱਖਣ ਸ਼ਾਹ ਦੇ ਵਿੱਚ ਵਿਚਾਰਾਂ ਚੱਲੀਆਂ ਨੇ। ਮੱਖਣ ਸ਼ਾਹ ਆਪਣੇ ਮਨ ਦਾ ਰੋਸ ਗੁਰੂ ਸਾਹਿਬ ਦੇ ਸਾਹਮਣੇ ਜ਼ਾਹਰ ਕਰਦਾ ਤੇ ਗੁਰੂ ਸਾਹਿਬ ਗੁਰਮਤਿ ਸਮਝਾਉਂਦੇ ਆ। ਗੁਰੂ ਸਾਹਿਬ ਗੁਰੂ ਦਾ ਗਿਆਨ ਬਖਸ਼ਿਸ਼ ਕਰਦੇ ਨੇ, ਸਮਝਾਉਂਦੇ ਆ ਕਿ ਕਿਵੇਂ ਵਿਚਰਨਾ ਕਿਵੇਂ। ਸੋ ਅਗਲਾ ਪ੍ਰਸੰਗ ਵੀ ਇਸੇ ਦੇ ਤਹਿਤ ਆ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੱਖਣ ਸ਼ਾਹ ਨੂੰ ਵਿਚਾਰ ਸਮਝਾਈ ਹੈ। ਇਹ ਆਪਾਂ ਕੱਲ੍ਹ ਨੂੰ ਸਾਂਝ ਪਾਵਾਂਗੇ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰਦੇ ਨੇ। ਇਹ ਸੀ ਵਿਚਾਰ ਅੱਜ ਦਾ ਪ੍ਰਸੰਗ ਸਾਧ ਸੰਗਤ ਜੀ, ਜਿਹਦੇ ਵਿੱਚ 2-3 ਪ੍ਰਸੰਗ ਆਪਾਂ ਇਕੱਠੇ ਅੱਜ ਵਿਚਾਰੇ ਆ ਕਿ ਇੱਕ ਤੇ ਮੱਖਣ ਸ਼ਾਹ ਉੱਥੋਂ ਚੱਲਿਆ ਆ, ਦੂਜਾ ਧੀਰਮਲ ਦੀ ਕਠੋਰਤਾ